ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਵਿਰੋਧ ਕਰਨ ਵਾਲੇ ਲੋਕਾਂ ਨੇ ਕਾਫੀ ਰੌਲਾ ਪਾਇਆ ਹੋਇਆ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ, ਜਿਸ ਨੂੰ ਉਹ ਵਿਵਾਦ ਕਹਿੰਦੇ ਹਨ ਜਾਂ ਵਿਵਾਦਤ ਗ੍ਰੰਥ ਕਹਿ ਦਿੰਦੇ ਨੇ, ਅਸਲ ਦੇ ਵਿੱਚ ਪੰਥ ਦੇ ਅੰਦਰ ਐਸਾ ਕੋਈ ਵਿਵਾਦ ਨਾ ਕਦੇ ਰਿਹਾ ਅਤੇ ਨਾ ਕਦੇ ਹੋਣਾ। ਇਹ ਕੁਝ ਕੁ ਲੋਕ ਹਨ ਜਿਨ੍ਹਾਂ ਨੇ ਇਹ ਮੁੱਦਾ ਬਣਾਇਆ ਹੋਇਆ ਕਿ ਦਸਮ ਗ੍ਰੰਥ ਵਿਵਾਦਿਤ ਗ੍ਰੰਥ ਹੈ। ਸੋ ਆਪਾਂ ਗੱਲ ਕਰਦੇ ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਬਾਰੇ। ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਦਸਮ ਬਾਣੀ ਦਾ ਕੀ ਮਹੱਤਵ ਰਿਹਾ ਹੈ ਅਤੇ ਜਿਹੜੇ ਲੋਕ ਅੱਜ ਕੱਲ੍ਹ ਦਸਮ ਬਾਣੀ ਦੀ ਵਿਰੋਧਤਾ ਕਰ ਰਹੇ ਨੇ, ਜਾਂ ਫਿਰ ਜਿਨ੍ਹਾਂ ਲੋਕਾਂ ਨੇ ਦਸਮ ਬਾਣੀ ਦੀ ਵਿਰੋਧਤਾ ਦਾ ਮੁੱਢ ਬੰਨ੍ਹਿਆ ਹੈ, ਉਹਨਾਂ ਲੋਕਾਂ ਦੀ ਅਸਲੀਅਤ ਕੀ ਹੈ, ਉਹਨਾਂ ਦੇ ਸੁਭਾਅ ਕਿਸ ਤਰ੍ਹਾਂ ਦੇ ਹਨ, ਉਹਨਾਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਨੇ ਵੀ ਦਸਮ ਗ੍ਰੰਥ ਦੇ ਬਾਰੇ ਕੁਝ ਵੀ ਬੋਲਣਾ, ਚਾਹੇ ਹੱਕ ਵਿੱਚ ਬੋਲਣਾ, ਚਾਹੇ ਵਿਰੋਧ ਵਿੱਚ ਬੋਲਣਾ ਹੈ, ਉਹ ਸਭ ਤੋਂ ਪਹਿਲਾਂ ਕੁਝ ਸਮਾਂ ਕੱਢ ਕੇ, ਚੰਗਾ ਸਮਾਂ ਕੱਢ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ, ਬਾਣੀ ਨੂੰ ਅਧਿਐਨ ਕਰੇ, ਸਹਿਜ ਦੇ ਨਾਲ ਬਾਣੀ ਨੂੰ ਪੜ੍ਹ ਕੇ ਦੇਖੇ। ਫਿਰ ਜੇ ਉਹਦੇ ਅੰਦਰ ਕੁਝ ਸਵਾਲ ਪੈਦਾ ਹੁੰਦੇ ਨੇ ਤਾਂ ਉਹ ਪੰਥ ਦੇ ਸਾਹਮਣੇ ਰੱਖ ਸਕਦਾ ਹੈ। ਬਹੁਤ ਸਾਰੇ ਲੋਕਾਂ ਦੇ ਇਹ ਸਵਾਲ ਹੁੰਦੇ ਨੇ ਕਿ ਜਦੋਂ ਪਹਿਲਾਂ ਹੀ ਸਾਡੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗ੍ਰੰਥ ਰੂਪ ਵਿੱਚ ਮੌਜੂਦ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਬਾਣੀ ਦਾ ਗ੍ਰੰਥ ਵੱਖਰਾ ਕਿਉਂ ਬਣਾਇਆ। ਤਾਂ ਬੜੀ ਸਪਸ਼ਟ ਜੀ ਗੱਲ ਹੈ, ਸਾਡੇ ਇਤਿਹਾਸਕ ਗ੍ਰੰਥਾਂ ਵਿੱਚ, ਖਾਸ ਕਰਕੇ ਬੰਸਾਵਲੀ ਨਾਮਾਂ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਕਰ ਦਿੰਦੇ ਹਾਂ, ਤਾਂ ਗੁਰੂ ਸਾਹਿਬ ਨੇ ਆਖਿਆ ਕਿ ਨਹੀਂ ਭਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧੁਰ ਕੀ ਬਾਣੀ ਹੈ ਅਤੇ ਦਸਮ ਗ੍ਰੰਥ ਦੀ ਬਾਣੀ ਸਾਡੀ ਖੇਡ ਹੈ। ਜਿਸ ਤਰ੍ਹਾਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਰਚ ਕੇ ਖੇਡ ਰਚੀ ਹੈ, ਸ੍ਰਿਸ਼ਟੀ ਪਰਮਾਤਮਾ ਦੀ ਖੇਡ ਹੈ, ਮੌਲਾ ਖੇਲ ਕਰੇ ਸਭ ਆਪੇ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਦਸਮ ਬਾਣੀ ਸਾਡੀ ਖੇਡ ਹੈ। ਭਾਈ ਕੇਸਰ ਸਿੰਘ ਛਿੱਬਰ ਦੁਆਰਾ ਲਿਖਿਆ ਗਿਆ ਇਹ ਗ੍ਰੰਥ ਬੰਸਾਵਲੀ ਨਾਮਾ, ਜਿਹਦੇ ਵਿੱਚ ਇਤਿਹਾਸ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਹੈ, ਪਿਆਰਾ ਸਿੰਘ ਪਦਮ ਦੁਆਰਾ ਇਸ ਨੂੰ ਸੰਪਾਦਿਤ ਕੀਤਾ ਗਿਆ। ਇਹ ਤੁਹਾਨੂੰ ਸਿੰਘ ਬ੍ਰਦਰਜ਼ ਦੇ ਵੱਲੋਂ ਛਪਿਆ ਹੋਇਆ ਮਿਲੇਗਾ। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਾਰੇ ਅਤੇ ਸ੍ਰੀ ਦਸਮ ਗ੍ਰੰਥ ਦੇ ਬਾਰੇ ਕੀ ਹਵਾਲਾ ਮਿਲਦਾ ਹੈ। ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੀ ਧਾਮ, ਸੰਮਤ 1755 ਬਹੁਤ ਖਿਡਾਵੇ ਲਿਖਾਰੇ ਨਾਮ। ਕਹਿੰਦੇ ਛੋਟਾ ਗ੍ਰੰਥ, ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਛੋਟਾ ਭਾਈ ਕਿਹਾ ਜਾਂਦਾ। ਸੋ ਕਹਿੰਦੇ ਦਸਵੇਂ ਪਾਤਸ਼ਾਹ ਦੇ ਘਰ ਵਿੱਚ ਛੋਟੇ ਗ੍ਰੰਥ ਦਾ, ਦਸਮ ਬਾਣੀ ਦਾ, ਦਸਮ ਗ੍ਰੰਥ ਦਾ ਪ੍ਰਕਾਸ਼ ਹੋਇਆ। ਸੰਮਤ 1755 ਭਾਈ ਕੇਸਰ ਸਿੰਘ ਛਿੱਬਰ ਦੁਆਰਾ ਇਸ ਗ੍ਰੰਥ ਦੀ ਜਿਹੜੀ ਸੰਪਾਦਨਾ ਦੀ ਮਿਤੀ ਸੀ ਉਹ ਸੰਮਤ 1755 ਦੀ ਹੈ। ਬਹੁਤ ਖਿਡਾਵੇ ਲਿਖਾਰੇ ਨਾਮ। ਕਹਿੰਦੇ ਉਸ ਸਮੇਂ ਗੁਰੂ ਸਾਹਿਬ ਦੇ ਕੋਲੇ ਬਹੁਤ ਸਾਰੇ ਲਿਖਾਰੀ ਹੁੰਦੇ ਸੀ। ਗੁਰੂ ਸਾਹਿਬ ਇਸ ਬਾਣੀ ਨੂੰ ਲਿਖਦੇ ਜਮਨਾ ਕਿਨਾਰੇ ਬਹਿ ਕੇ ਮਹਾਰਾਜ ਨੇ ਪਾਉਂਟਾ ਸਾਹਿਬ ਵਿਖੇ ਬਹੁਤ ਸਾਰੀ ਬਾਣੀ ਰਚੀ। ਜੋ ਲਿਖਾਰੀ ਗੁਰੂ ਸਾਹਿਬ ਦੇ ਨਾਲ ਰੱਖੇ ਹੁੰਦੇ ਸੀ, 52 ਕਵੀ ਸੀ ਮਹਾਰਾਜ ਦੇ ਕੋਲੇ, ਅਤੇ ਬਹੁਤ ਸਾਰੇ ਭਾਈ ਮਣੀ ਸਿੰਘ ਜੀ ਵਰਗੇ ਮਹਾਨ ਸਿੱਖ ਜਿਹੜੇ ਲਿਖਾਰੀ ਦੇ ਤੌਰ 'ਤੇ ਸੇਵਾ ਕਰਦੇ ਸੀ। ਭਾਈ ਮਣੀ ਸਿੰਘ ਵਰਗੇ ਸਿੱਖਾਂ ਨੇ ਇਸ ਗ੍ਰੰਥ ਦੇ ਉਤਾਰੇ ਕੀਤੇ। ਮਹਾਰਾਜ ਨੇ ਬਾਣੀ ਲਿਖੀ, ਉਸ ਬਾਣੀ ਨੂੰ ਅੱਗੇ ਉਤਾਰਿਆ ਤਾਂ ਉਹਨਾਂ ਨੂੰ ਲਿਖਾਰੀ ਕਿਹਾ ਗਿਆ ਹੈ। ਬਹੁਤ ਖਿਡਾਵੇ ਲਿਖਾਰੇ ਨਾਮ। ਸੋ ਉਹਨਾਂ ਨੂੰ ਖਿਡਾਵੇ ਕਿਹਾ। ਕਹਿੰਦੇ ਇਸ ਗ੍ਰੰਥ ਦਾ ਜਦੋਂ ਜਨਮ ਹੋਇਆ ਤਾਂ ਇਸ ਗ੍ਰੰਥ ਦੇ ਖਿਡਾਵੇ ਕੌਣ ਸੀ? ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਸਨ। ਸਾਹਿਬ ਨੂੰ ਸੀ ਪਿਆਰਾ ਹੱਥੀਂ ਲਿਖਿਆ ਖਿਡਾਇਆ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੂੰ ਬੜਾ ਪਿਆਰਾ ਸੀ। ਮਹਾਰਾਜ ਨੇ ਇਸ ਗ੍ਰੰਥ ਨੂੰ ਆਪਣੇ ਹੱਥੀਂ ਲਿਖਿਆ, ਆਪਣੇ ਹੱਥੀਂ ਖਿਡਾਉਣਾ ਕੀਤਾ। ਸਿੱਖਾਂ ਕੀਤੀ ਅਰਦਾਸ ਜੀ ਅਗਲੇ ਨਾਲ ਚਾਹੀਏ ਰਲਾਇਆ। ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਇਸ ਗ੍ਰੰਥ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਲਾ ਦਿੰਦੇ ਹਾਂ, ਦੋਵਾਂ ਦਾ ਇੱਕੋ ਗ੍ਰੰਥ ਬਣਾ ਦਈਏ। ਬਚਨ ਕੀਤਾ ਗ੍ਰੰਥ ਸਾਹਿਬ ਹੈ ਉਹ, ਇਹ ਅਸਾਡੀ ਹੈ ਖੇਡ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਕੀਤਾ ਉਸ ਵਕਤ
महाराज कहते वो ग्रंथ गुरु ग्रंथ साहिब पातशाह श्री गुरु ग्रंथ साहिब जी वो तो साहिब है, ये साडी खेड है। नाल ना मिलाया आहा प्यारा कौन जाने भेद। केसर सिंह छिब्बर कहते गुरु गोबिंद सिंह जी ने दोवां ग्रंथां नूं इकट्ठे नहीं कीता एक जिल्द विच। ये उस गुरु साहिब दी, ये गुरु गोबिंद सिंह पातशाह की खेड है, इसनूं सिख नहीं समझ सकता। सो दोनों ग्रंथ साहिब भाई गुर कर जानो। सो भाई केसर सिंह कहते दोवां ग्रंथां नूं गुर भाई करके जानो। वड्डा है टिक्का गुरु गुट के पोथियां पुत्र पोतरे कर पछानो। जो वड्डे गुरु ग्रंथ साहिब पातशाह जी हैं जिन्हां नूं गुरियाई दा टिक्का मिलिया है, गुटके ते पोथियां जिन्नियां हन वो पुत्र पोतरे हैं गुरु ग्रंथ साहिब जी दे। होर भी जिन्ने इतिहास के ग्रंथ साडे पंथ दे कोले मौजूद ने, भावें कि कई ग्रंथां दे विच दसम ग्रंथ दा दसम ग्रंथ नाम हेठां किसी ग्रंथ का जिक्र नहीं मिलता, पर यह भी गल ध्यान देने योग है किसी भी ग्रंथ विच किसी भी तरह के ग्रंथ नूं लैके विवाद का जिक्र नहीं किया गया। किसी इतिहासक स्रोत विच जिहड़ा कोई 18वीं सदी का होवे 19वीं सदी का स्रोत होवे उन्हां दे विच इह जिक्र तक भी नहीं किया गया कि सिख पंथ विच किसी ग्रंथ नूं लैके कोई विवाद मौजूद होया है। खालसा राज तो बाद भी ਗਿਆਨੀ ਦਿੱਤ ਸਿੰਘ जी, भाई वीर सिंह जी, होर भी जिन्ने विद्वान सिख होए, भाई कान सिंह नाभा, उन्हां दे समय तक दसम बाणी नूं लैके किसी तरह का कोई विवाद सामने नहीं आउंदा। जदों भी कोई मसला खड़ा हुंदा है उदों सानूं सब तो वड्डा जिहड़ा प्रमाण मिलदा है वो उस वक्त दे कौम दे कोई महान योधे ते महान विद्वानां दे विच कोलों ही प्राप्त हुंदा है। जे अजोके समय की गल करिए तो साडे कोले सब तो वध जे कोई भरोसेयोग हस्ती है जिन्हां उत्ते असीं माण कर सकते हाँ, जिन्हां उत्ते असीं भरोसा कर सकते हाँ, वो हन संत जरनैल सिंह जी खालसा पिंडरां वाले। संत जरनैल सिंह जी खालसा पिंडरां वाले खुद इस पवित्र बाणी का पाठ करते रहे, इसकी कथा भी करते रहे। संत जरनैल सिंह जी दसम ग्रंथ की बाबत कहते सन कि दसम ग्रंथ धर्म युद्ध का चाव पैदा करता है ਅਤੇ इस बाणी ਨੂੰ सुन के खालसा पंथ दुष्टां का संघार करता है। भाव खालसा पंथ ने जो भी जंग युद्ध कीते हैं उन्हां दे पिछे जो सेध देण वाला ग्रंथ सी वो दसम पातशाह का दसम ग्रंथ सी। हुण गल करिए उन्हां लोकां दी जिन्हां ने बेलोड़ा विवाद पैदा किया होया, जिन्हां ने ये रौला पाउणा शुरू किया होया कि दसम ग्रंथ गुरु गोबिंद सिंह जी की रचना नहीं है। सब तो पहली गल तो यही है कि इन्हां रौला पाउण वाले लोकां विचों बहुतियां ने दसम ग्रंथ के दर्शन भी नहीं किए हुए। बहुतियां नूं यही नहीं पता कि दसम ग्रंथ के किन्ने अंग ने, किन्नियां इहदे विच बाणियां हन, किन्ने अध्याय बनते हैं। वो सिर्फ उन्हां लोकां नूं सुण सुण के ही विरोध करी जा रहे ने जिहड़े उन्हां दे आदर्श बने हुए। दूजी खास गल यह है कि दसम बाणी के निंदकां नूं जे तुसीं देखना होए तां इन्हां दे विवहारक रूप विचों देख सकते हैं। जिन्ने भी दसम बाणी नूं पढ़न वाले सन उन्हां विचों बहु गिणती वो लोग ने, उन्हां विचों बहु गिणती वो सिख ने जिहड़े समय समय ते अपणियां शहादतां दिंदे आए, पंथ की खातर आपां कुर्बान करते आए ने। दूजे पासे दसम बाणी के निंदक जिन्ने भी हैं इन्हां दी एक भी देण सिख पंथ नूं होवे ते ओह दस देण। कोई इन्हां ने पंथ दी थां कोई इन्हां ने पंथ दे वास्ते कुर्बानी कीती होए, कुछ आपा वारिया होए, घर दा एक पैसा तक भी पंथ दे नां ते दिता होवे। जदों तो ही दसम बाणी की निंदा शुरू हुई है, पहली शुरुआत कित्थों कीती गई, कहंदे पहली शुरुआत कित्थों कीती गई, पहला ये रौला पैना शुरू होया भी चरित्रो पाखियान गुरु साहिब की बाणी नहीं है, जिसनों शरीर कह के भंडते रहे। उस वक्त भी बहुत सारे सिख विद्वानां ने कहना ये दसना शुरू कर दिता सी कि इन्हां लोकां ने सिर्फ चरित्रोपाख्यान तक सीमित नहीं रहना। हौली हौली इन्हां ने अकाल उस्तत, जफरनामा ते जाप साहिब नूं भी रद्द करना है और इत्थों तक भी इन्हां ने रुकना नहीं है। इन्हां ने हौली हौली गुरु ग्रंथ साहिब जी नूं भी हत्थ पा लेना है। अज तुहाडे सामने नतीजा है।
ਅਮਰੀਕਾ ਦੇ ਇੱਕ ਗੁਰਦੁਆਰੇ ਦੇ ਵਿੱਚ ਦਸਮ ਬਾਣੀ ਨੂੰ ਸੰਪੂਰਨ ਰੂਪ ਦੇ ਵਿੱਚ ਰੱਦ ਕਰਕੇ, ਸਮੇਤ ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਸਭ ਕੁਝ ਰੱਦ ਕਰਕੇ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਉਹਨਾਂ ਨੇ ਮਾਨਤਾ ਦਿੱਤੀ ਹੈ। ਔਰ ਉਹਨਾਂ ਨੇ ਐਲਾਨੀਆਂ ਇਹ ਗੱਲ ਕਹੀ ਹੈ ਕਿ ਉਹ ਜਾਪ ਸਾਹਿਬ, ਸਵਈਏ ਇਹਨਾਂ ਸਾਰੀਆਂ ਬਾਣੀਆਂ ਨੂੰ ਰੱਦ ਕਰਦੇ ਨੇ ਅਤੇ ਅਤੇ ਜਿਹੜੀਆਂ 3 ਬਾਣੀਆਂ ਅੰਮ੍ਰਿਤ ਸੰਚਾਰ ਵਿੱਚ 5 ਪਿਆਰੇ ਸਾਹਿਬਾਨ ਵੱਲੋਂ ਪੜ੍ਹੀਆਂ ਜਾਂਦੀਆਂ ਹਨ, ਉਹਨਾਂ ਬਾਣੀਆਂ ਨੂੰ ਵੀ ਉਹਨਾਂ ਨੇ ਰੱਦ ਕੀਤਾ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ ਨੂੰ ਪੰਥ ਦਾ ਨਿਧੜਕ ਪ੍ਰਚਾਰਕ ਅਖਵਾਉਣ ਵਾਲਾ ਸਰਬਜੀਤ ਸਿੰਘ ਧੂੰਦਾ ਉਹ ਉਹਨਾਂ ਲੋਕਾਂ ਨੂੰ ਦਸਮ ਬਾਣੀਆਂ ਨੂੰ ਰੱਦ ਕਰਨ ਦੇ ਲਈ ਵਧਾਈਆਂ ਦੇ ਰਿਹਾ ਹੈ। ਫੇਸਬੁੱਕ ਦੇ ਉੱਪਰ ਉਹਦੇ ਦੁਆਰਾ ਕੀਤਾ ਗਿਆ ਕਮੈਂਟ ਮੌਜੂਦ ਹੈ, ਜਿਹਦੇ ਵਿੱਚ ਉਹ ਮੁਬਾਰਕਾਂ ਦੇ ਰਿਹਾ ਹੈ ਕਿ ਤੁਸੀਂ ਜਾਪ ਸਾਹਿਬ ਨੂੰ ਰੱਦ ਕਰ ਦਿੱਤਾ ਹੈ। ਪਰ ਅੱਜ ਉਹਨਾਂ ਲੋਕਾਂ ਨੂੰ ਵਧਾਈਆਂ ਦਿੰਦਾ ਹੋਇਆ ਇਹ ਸਰਬਜੀਤ ਸਿੰਘ ਧੂੰਦਾ ਸਪਸ਼ਟ ਦੱਸ ਰਿਹਾ ਹੈ ਕਿ ਇਹ ਸ਼ੁਰੂ ਤੋਂ ਹੀ ਜਾਪ ਸਾਹਿਬ ਦਾ ਵੀ ਵਿਰੋਧੀ ਰਿਹਾ ਹੈ। ਔਰ ਇਹਨਾਂ ਲੋਕਾਂ ਨੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਵੀ ਰੱਦ ਕਰਨਾ ਹੈ। ਜਿਨ੍ਹਾਂ ਨੂੰ ਅੱਜ ਰਾਮਾ ਅਵਤਾਰ ਹਜ਼ਮ ਨਹੀਂ ਹੋ ਰਿਹਾ, ਇਹ ਲੋਕ ਕੱਲ੍ਹ ਨੂੰ ਬਾਬਰ ਬਾਣੀ 'ਤੇ ਵੀ ਕਿੰਤੂ ਕਰਨਗੇ। ਦਸਮ ਬਾਣੀ ਦੇ ਵਿਰੋਧੀ ਇੱਕ ਗੱਲ ਬੜੀ ਹੁੱਬ ਕੇ ਕਹਿੰਦੇ ਨੇ ਕਿ ਦਸਮ ਗ੍ਰੰਥ ਦੀ ਰਚਨਾ ਅੰਗਰੇਜ਼ਾਂ ਨੇ ਕਰਵਾਈ ਹੈ। ਪਹਿਲੀ ਗੱਲ ਤਾਂ ਇਹੀ ਹੈ ਕਿ ਅੰਗਰੇਜ਼ਾਂ ਦੇ ਕੋਲੇ ਗੁਰਮੁਖੀ ਦੀ ਇੰਨੀ ਵੱਡੀ ਮੁਹਾਰਤ ਨਹੀਂ ਸੀ ਕਿ ਉਹ ਆਪਣੀ ਦੇਖ ਰੇਖ ਵਿੱਚ ਐਡਾ ਵੱਡਾ ਗ੍ਰੰਥ ਲਿਖਵਾ ਸਕਦੇ। ਦੂਜੀ ਗੱਲ ਇਹਨਾਂ ਨੂੰ ਹੀ ਸਵਾਲ ਹੈ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਕਿ ਜੇ ਅੰਗਰੇਜ਼ਾਂ ਦੇ ਸਮੇਂ 'ਤੇ ਦਸਮ ਗ੍ਰੰਥ ਦੀ ਰਚਨਾ ਹੋਈ ਹੈ ਤਾਂ ਇਹ ਕੋਈ ਹਵਾਲਾ ਪੇਸ਼ ਕਰਨ, ਕਿਹੜੇ ਅੰਗਰੇਜ਼ ਨੇ ਕਿਹੜੇ ਥਾਂ 'ਤੇ ਕਿਹੜੇ ਸਮੇਂ 'ਤੇ ਇਸ ਗ੍ਰੰਥ ਨੂੰ ਲਿਖਿਆ ਹੈ ਜਾਂ ਲਿਖਵਾਇਆ ਹੈ, ਇਸ ਗ੍ਰੰਥ ਦੀ ਰਚਨਾ ਕਰਵਾਈ। ਇਹਨਾਂ ਨੇ ਕਿੱਥੋਂ ਪੜ੍ਹਿਆ ਹੈ ਕਿ ਅੰਗਰੇਜ਼ਾਂ ਨੇ ਇਸ ਗ੍ਰੰਥ ਦੀ ਰਚਨਾ ਕਰਵਾਈ ਹੈ। ਕਈ ਦਸਮ ਦੇ ਵਿਰੋਧੀ ਕਹਿੰਦੇ ਨੇ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਲਿਖਿਆ ਹੋਇਆ, ਇਹ ਬ੍ਰਾਹਮਣਾਂ ਦੁਆਰਾ ਲਿਖਿਆ ਗਿਆ ਹੈ ਹਿੰਦੂ ਮਤ ਦਾ ਸਿੱਖ ਧਰਮ ਦੇ ਵਿੱਚ ਘੁਸਪੈਠ ਕਰਾਉਣ ਵਾਸਤੇ। ਤਾਂ ਇਹ ਲੋਕ ਦੱਸ ਸਕਦੇ ਹਨ, ਇਹ ਲੋਕ ਦੱਸ ਦੇਣ ਕਿ ਦਸਮ ਗ੍ਰੰਥ ਦੀ ਰਚਨਾ ਕਿਸ ਹਿੰਦੂ ਪੰਡਤ ਵੱਲੋਂ ਕੀਤੀ ਗਈ, ਕਿ ਉਹਦਾ ਨਾਮ ਥਾਮ ਦੱਸ ਦੇਣ, ਕਿਸ ਥਾਂ ਦੇ ਉੱਤੇ ਉਸਨੇ ਰਚਨਾ ਕੀਤੀ, ਕੋਈ ਹਵਾਲਾ ਦੱਸ ਦੇਣ। ਜੇ ਦਸਮ ਗ੍ਰੰਥ ਦੀ ਰਚਨਾ ਕਿਸੇ ਹਿੰਦੂ ਪੰਡਤ ਦੁਆਰਾ ਕੀਤੀ ਗਈ ਹੋਵੇ ਤਾਂ ਇੱਕ ਹਿੰਦੂ ਪੰਡਤ ਇਹ ਗੱਲ ਕਿਵੇਂ ਲਿਖ ਸਕਦਾ ਹੈ ਕਿ ਛਤਰੀ ਕੋ ਪੂਤ ਹਾਂ ਬਾਹਮਣ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੂੰ, ਕਿ ਮੈਂ ਛਤਰੀ ਦਾ ਪੁੱਤਰ ਹਾਂ, ਕਿਸੇ ਬ੍ਰਾਹਮਣ ਦਾ ਪੁੱਤਰ ਨਹੀਂ ਹਾਂ। ਇੱਕ ਗੱਲ ਸਾਨੂੰ ਬੜੀ ਸਪਸ਼ਟ ਵੇਖਣ ਨੂੰ ਮਿਲਦੀ ਹੈ ਕਿ ਜਿੰਨੇ ਵੀ ਦਸਮ ਬਾਣੀ ਦੇ ਵਿਰੋਧੀ ਨੇ ਇਹ ਸਾਰੇ ਹੀ ਹਥਿਆਰਬੰਦ ਯੁੱਧ ਕਰਨ ਦੇ ਵਿਰੋਧੀ ਨੇ। ਇਹਨਾਂ ਵਿੱਚੋਂ ਕੋਈ ਵੀ ਸ਼ਸਤਰਾਂ ਦਾ ਹਮੈਤੀ ਨਹੀਂ, ਸ਼ਸਤਰਬੱਧ ਯੁੱਧ ਕਰਨ ਦਾ ਹਮੈਤੀ ਨਹੀਂ ਹੈ। ਤੇ ਸਟੇਟ ਵੀ ਹਮੇਸ਼ਾ ਇਹੀ ਚਾਹੁੰਦੀ ਹੈ ਕਿ ਉਸ ਦੇ ਜਿਹੜੇ ਲੋਕ ਨੇ, ਲੋਕ ਕਦੇ ਵੀ ਸ਼ਸਤਰਧਾਰੀ ਹੋ ਕੇ ਨਾ ਰਹਿਣ, ਕਿਉਂਕਿ ਜੇ ਲੋਕਾਂ ਦੇ ਵਿੱਚ ਸ਼ਸਤਰ ਚਲਾਉਣ ਦੀ ਭਾਵਨਾ ਰਹੇਗੀ ਤਾਂ ਉਹ ਕਦੇ ਵੀ ਬਾਗੀ ਹੋ ਸਕਦੇ ਆ, ਉਹ ਕਦੇ ਵੀ ਸਟੇਟ ਵਾਸਤੇ ਖਤਰਾ ਹੋ ਸਕਦੇ ਨੇ। ਸਿੱਖਾਂ ਨੂੰ ਜੇ ਕੋਈ ਸ਼ਸਤਰਾਂ ਦੇ ਨਾਲ ਜੋੜਨ ਵਾਲਾ ਗ੍ਰੰਥ ਹੈ ਤੇ ਉਹ ਦਸਮ ਗ੍ਰੰਥ ਹੈ। ਮਹਾਰਾਜ ਕਹਿੰਦੇ ਨੇ ਧਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ। ਮਹਾਰਾਜ ਕਹਿੰਦੇ ਨੇ ਉਸ ਦਾ ਜਨਮ ਧਨ ਹੈ, ਉਸ ਦਾ ਜੀਵਨ ਧਨ ਹੈ, ਜਿਹਦੇ ਮੁਖ ਦੇ ਉੱਤੇ ਵਾਹਿਗੁਰੂ ਦਾ ਨਾਮ ਵਸਿਆ ਹੈ ਤੇ ਚਿੱਤ ਵਿੱਚ ਧਰਮ ਯੁੱਧ ਕਰਨ ਦਾ ਚਾਉ ਵਸਿਆ ਹੋਵੇ। ਇਹੀ ਗ੍ਰੰਥ ਸਾਨੂੰ ਸ਼ਸਤਰਾਂ ਨਾਲ ਜੋੜਦਾ ਹੈ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸੈਥੀ ਯਹ ਹਮਾਰਾ ਪੀਰ। ਇਸ ਤਰ੍ਹਾਂ ਦਸਮ ਬਾਣੀ ਦਾ ਵਿਰੋਧ ਕਰਕੇ ਦਸਮ ਬਾਣੀ ਦੇ ਨਿੰਦਕ ਸਿੱਧਾ ਸਟੇਟ ਦੇ ਹੱਕ ਵਿੱਚ ਭੁਗਤਦੇ ਨੇ, ਤਾਂ ਕਿ ਜਿੰਨੇ ਵੀ ਸਿੱਖ ਨੇ ਉਹ ਹੌਲੀ ਹੌਲੀ ਪਹਿਲਾਂ ਸ਼ਸਤਰਾਂ ਨਾਲੋਂ ਟੁੱਟ ਜਾਣ, ਸ਼ਸਤਰਾਂ ਤੋਂ ਦੂਰ ਹੋ ਜਾਣ। ਫਿਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਵਿੱਚੋਂ ਵੀ ਇੱਕ ਇੱਕ ਕਰਕੇ ਰੱਦ ਕਰਨੀਆਂ ਸ਼ੁਰੂ ਕਰਨੀਆਂ ਨੇ। ਹੌਲੀ ਹੌਲੀ ਸਾਨੂੰ ਇਹਨਾਂ ਨੇ ਸਿਧਾਂਤਕ ਪੱਖੋਂ ਵੀ ਕਮਜ਼ੋਰ ਕਰਨਾ ਹੈ ਤਾਂ ਕਿ ਮੁੱਖ ਧਾਰਾ ਦੇ ਵਿੱਚ ਅਸੀਂ ਸ਼ਾਮਲ ਹੋ ਜਾਈਏ। ਜਿਹੜੀ ਹਿੰਦੁਸਤਾਨੀ ਮੁੱਖ ਧਾਰਾ ਅੱਜ ਚੱਲ ਰਹੀ ਹੈ, ਹੌਲੀ ਹੌਲੀ ਅਸੀਂ ਉਸੇ ਦਾ ਹੀ ਰੂਪ ਹੋ ਜਾਈਏ। ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਹਨਾਂ ਬਚਨਾਂ ਦੇ ਉੱਤੇ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ, ਜਿਸ ਉਦੇਸ਼ ਨੂੰ ਲੈ ਕੇ, ਜਿਸ ਭਾਵਨਾ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਮਹਾਨ ਗ੍ਰੰਥ ਦੀ ਰਚਨਾ ਕੀਤੀ ਹੈ। ਮਹਾਰਾਜ ਕਹਿੰਦੇ ਨੇ ਦਸਮ ਕਥਾ ਪਾਗੌਤ ਕੀ ਭਾਖਾ ਕਰੀ ਬਣਾਏ
ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ। ਦਸਮ ਪਾਤਸ਼ਾਹ ਦੀ ਲਿਖੀ ਹੋਈ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਾਂਗ ਹੀ ਅਦਬ ਤੇ ਸਤਿਕਾਰ ਦੇ ਨਾਲ ਪੜ੍ਹੀਏ, ਤਾਂ ਕਿ ਸਾਡੇ ਮਨਾਂ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਸਿਧਾਂਤਕ ਚੇਤਨਾ ਆ ਸਕੇ, ਉੱਥੇ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਧਰਮ ਯੁੱਧ ਕਰਨ ਦਾ ਚਾਅ ਪੈਦਾ ਹੋ ਸਕੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।